जय गुरु जी की मर्यादा के मुताबिक सत्संग कर रहा हूँ। गुरु जी यूज्ड टू से वेरी ऑफन कि मैं ਜਿਹੜੇ ਕੰਮ ਲਈ ਆਇਆ ਉਹ ਤੇ ਲੋਕਾਂ ਨੂੰ ਸਮਝ ਹੀ ਹੈ ਨਹੀਂ। ਮੈਂ ਜਿਸ ਮਿਸ਼ਨ ਲਈ ਆਇਆ ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਨਹੀਂ। ਜੋ ਮੈਂ ਦੇ ਸਕਦਾ ਉਹ ਕੋ ਮੰਗਦਾ ਹੀ ਹੈ ਨਹੀਂ। ਔਰ ਅਸੀਂ ਤੇ ਆਪਣੀਆਂ ਛੋਟੀਆਂ-ਛੋਟੀਆਂ ਦੁਨਿਆਵੀ ਚੀਜ਼ਾਂ ਲੈ ਕੇ ਲਿਸਟ ਲੰਬੀ ਜਿਹੀ ਲੈ ਕੇ ਗੁਰੂ ਜੀ ਅੱਗੇ ਅਰਦਾਸਾਂ ਕਰਦੇ ਰਹਿੰਦੇ ਹਾਂ, ਨੱਕ ਰਗੜਦੇ ਰਹਿੰਦੇ ਹਾਂ। ਮੇਰਾ ਕੈਂਸਰ ਠੀਕ ਕਰ ਦਿਓ, ਮੇਰੀ ਬਿਮਾਰੀ ਠੀਕ ਕਰ ਦਿਓ, ਮੇਰੀ ਹੈਲਥ ਠੀਕ ਕਰ ਦਿਓ, ਮੇਰੀ ਫਾਈਨੈਂਸ਼ੀਅਲ ਪ੍ਰੋਬਲਮ ਠੀਕ ਕਰ ਦਿਓ। ਹੋਰ ਆਫ ਐਂਡ ਔਨ ਮੈਨੂੰ ਬੱਚਾ ਬਲੈਸ ਕਰ ਦਿਓ। ਗੁਰੂ ਜੀ ਕਹਿੰਦੇ ਸੀ ਇਹ ਤੇ ਬੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਮੇਰੇ ਖੱਬੇ ਹੱਥ ਦਾ ਕੰਮ ਹੈ। ਮੈਂ ਅੱਖ ਦੀ ਝਲਕ ਦੇ ਨਾਲ ਇਹ ਸਭ ਕੁਝ ਕਰ ਸਕਦਾ, ਪਰ ਜੋ ਮੈਂ ਕਰ ਸਕਦਾ ਉਹਦੇ ਬਾਰੇ ਕੋਈ ਜਾਣਦਾ ਹੀ ਨਹੀਂ। ਇੱਕ ਵਾਰੀ ਮੈਂ ਗੁਰੂ ਜੀ ਦੇ ਕੋਲ ਬੈਠਾ ਸੀ, ਮੈਨੂੰ ਕਹਿੰਦੇ ਨਾਰੰਗ ਅੰਕਲ ਤੇਰੀ ਐਸ਼ ਹੋ ਗਈ। ਮੈਂ ਕਿਹਾ ਗੁਰੂ ਜੀ ਕਾਹਦੀ ਐਸ਼ ਹੋ ਗਈ, ਕੋਈ ਲੋਟਰੀ ਕੱਢਤੀ? ਅਸੀਂ ਤੇ ਹਿਊਮਨ ਬੀਇੰਗ ਆ, ਲੈਸਰ ਮੋਰਟਲਸ, ਆਪਣੇ ਹਿਸਾਬ ਨਾਲ ਹੀ ਸੋਚਦੇ ਹਾਂ, ਵਿਜ਼ਨ ਵੀ ਓਨਾ ਹੀ ਹੈ, ਮਟੀਰੀਅਲਿਸਟ ਤੇ ਹੈ ਹੀ ਹਾਂ। ਮੈਂ ਕਿਹਾ ਗੁਰੂ ਜੀ ਕੋਈ ਲੋਟਰੀ ਕੱਢਤੀ? ਕਹਿੰਦੇ ਚੱਲ ਕਮਲਿਆ ਲੋਟਰੀ ਤੋਂ ਅੱਗੇ ਵੀ ਸੋਚਿਆ ਕਰ। ਮੈਂ ਕਿਹਾ ਜੀ ਕੀ ਸੋਚਣਾ ਦੱਸੋ? ਕਹਿੰਦੇ ਕਮਲਿਆ ਤੂੰ ਅੱਜ ਸ਼ਿਵ ਤੇ ਦਰਸ਼ਨ 1 to 1 ਕਰ ਰਿਹਾ, ਟਾਈਮ ਆਏਗਾ ਲਾਈਨਾਂ ਲੱਗ ਜਾਣਗੀਆਂ ਮੇਰੇ ਜਾਣ ਤੋਂ ਬਾਅਦ, ਦਰਸ਼ਨ ਦੁਰਲਭ ਹੋ ਜਾਣਗੇ। If you look at what he said in 2004 in person 1 to 1, ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ। ਇੱਕ ਕਿ ਪਤਾ ਤੁਹਾਨੂੰ ਮੇਰੇ ਜਾਣ ਤੋਂ ਬਾਅਦ ਲੱਗੇਗਾ। 2 ਮੈਂ ਖੁਦ ਹੀ ਸ਼ਿਵ ਹਾਂ। ਉਹਨਾਂ ਨੇ ਕਿਹਾ ਤੂੰ ਸ਼ਿਵ ਦੇ ਦਰਸ਼ਨ 1 to 1 ਕਰ ਰਿਹਾ। ਐਂਡ 3 ਲਾਈਨਾਂ ਇੰਨੀਆਂ ਲੱਗ ਜਾਣਗੀਆਂ ਕਿ ਦਰਸ਼ਨ ਦੁਰਲਭ ਹੋ ਜਾਣਗੇ। ਕੰਧ ਵੀ ਜਿਹੜੇ ਵੱਡੇ ਮੰਦਰ ਆਏ ਨੇ ਉਹਨਾਂ ਨੂੰ ਪਤਾ ਹੈ 2-2 ਕਿਲੋਮੀਟਰ ਦੂਰ ਗੱਡੀ ਪਾਰ ਕਰਕੇ ਸ਼ਟਲ ਸਰਵਿਸ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਨੇ। ਇਹ ਸਾਰੀਆਂ ਚੀਜ਼ਾਂ ਕਿਉਂ ਸਿਰਫ ਔਰ ਸਿਰਫ ਮੈਂ ਆਪਣੇ ਗੁਰੂ ਬਾਰੇ ਕਹਿ ਰਿਹਾ ਕਿਉਂਕਿ ਹਿੰਦੁਸਤਾਨ ਇਜ਼ ਦ ਲੈਂਡ ਆਫ ਸੇਂਟਸ ਐਂਡ ਲਾਰਡਸ। ਬੜੇ ਇੱਥੇ ਗੁਰੂ ਮਹਾਤਮਾ ਨੇ, ਬੜੇ ਮਹਾਪੁਰਸ਼ ਨੇ, ਹਰ ਇੱਕ ਦੀ ਆਪਣੀ ਆਪਣੀ ਆਸਥਾ ਹੈ, ਹਰ ਇੱਕ ਦਾ ਆਪਣਾ ਆਪਣਾ ਵਿਸ਼ਵਾਸ ਹੈ। I have nothing to comment on anyone with due reverence and respect to all of them. ਮੇਰਾ ਸਿਰਫ ਇਹ ਪਰਪਸ ਹੈ ਕਿ ਮੈਂ ਇਸ ਗੁਰੂ ਕੋਲੋਂ ਜੁੜਨ ਤੋਂ ਬਾਅਦ ਇੰਨਾ ਕੁਝ ਪਾਇਆ। ਮੈਂ ਇਸ ਗੁਰੂ ਦੀ ਬਲੇਸਿੰਗ ਦੇ ਨਾਲ ਆਪਣੀ ਜ਼ਿੰਦਗੀ ਲੀਡ ਕਰ ਰਿਹਾ। ਮੈਨੂੰ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਇੱਕ ਪਰਪਸ ਟੂ ਲਿਵ ਮਿਸ਼ਨ ਦਿੱਤਾ। ਮੇਰੀ ਲਾਈਫ ਬੜੀ ਸੁਖੱਲੀ ਹੋ ਗਈ ਇਹਨਾਂ ਦੇ ਦਰਸ਼ਨ ਦੇ ਨਾਲ, ਇਹਨਾਂ ਦੀ ਚਰਨਾ ਸ਼ਰਨ ਚ ਆ ਕੇ। ਮੈਂ ਉਹ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਚਾਹੁੰਦਾ ਕਿ ਤੁਸੀਂ ਵੀ ਲਾਭ ਉਠਾਓ, ਤੁਸੀਂ ਵੀ ਫਾਇਦਾ ਉਠਾਓ ਔਰ ਤੁਸੀਂ ਵੀ ਗੁਰੂ ਜੀ ਦੇ ਸ਼ਰਨ ਚ ਆ ਕੇ ਉਹਨਾਂ ਦੀ ਬਲੇਸਿੰਗ ਲਓ। ਜਿਹੜੀ ਨਵੀਂ ਸੰਗਤ ਆਈ ਹੈ, they should not think it is any brain washing mechanism. ਅਸੀਂ ਤੇ ਸਿਰਫ ਇੱਕ ਪਲੇਟਫਾਰਮ ਦਿੰਦੇ ਹਾਂ। ਸੰਗਤ, ਗੁਰੂ ਜੀ ਦੀ ਸੰਗਤ is only a platform to let you know about what Guru Ji is, what is his mission, what is his goal and what he wants us to do. We never say if you don't come to this Guru this can happen. ਗੁਰੂ ਜੀ ਨੇ ਕਦੀ ਇੱਕ ਬਹੁਤ ਵੱਡੀ ਗੱਲ ਮੈਨੂੰ ਸਿਖਾਈ ਕਿ ਨੈਗੇਟਿਵਿਟੀ ਵੱਲ ਤੇ ਸੋਚਣਾ ਹੀ ਨਹੀਂ। ਇੱਕ ਕਪਲ ਸੀ, ਵੈਰੀ ਸੀਨੀਅਰ ਆਫਿਸਰ ਟੂ ਦੀ ਗਵਰਨਮੈਂਟ ਆਫ ਇੰਡੀਆ, ਉਹ ਰੈਗੂਲਰ ਗੁਰੂ ਜੀ ਕੋਲ ਆਉਂਦੇ ਹੁੰਦੇ ਸੀ, ਮੇਰੇ ਵੀ ਵਾਕਫ ਸਨ। 2-3-4 ਸਾਲ ਆਉਂਦੇ ਰਹੇ, ਮੁੜ ਕੇ ਉਹਨਾਂ ਨੇ ਆਉਣਾ ਬੰਦ ਕਰਤਾ। ਤੇ ਮੈਂ ਇੱਕ ਦਿਨ ਗੁਰੂ ਜੀ ਨੂੰ ਗੱਲਾਂ ਕਰਦੇ ਆਂ, ਗੱਪਸ਼ਪ ਮਾਰਦੇ ਆਂ। ਗੁਰੂ ਜੀ ਵਾਸ ਵੈਰੀ ਵਿਟੀ, ਵੈਰੀ ਹਿਊਮਰਸ, used to talk 1 to 1 mostly. There was no sermon that he used to give as such. ਮੈਂ ਕਿਹਾ ਗੁਰੂ ਜੀ ਫਲਾਣੇ ਅੰਕਲ ਅੱਜ ਕੱਲ੍ਹ ਆਉਂਦੇ ਨਹੀਂ। ਕਹਿੰਦੇ ਕਮਲਿਆ ਉਹ ਤੇ ਆਉਣਾ ਚਾਹੁੰਦਾ, ਉਹਦੀ ਵਹੁਟੀ ਨਹੀਂ ਆਉਣ ਦਿੰਦੀ। ਮੈਂ ਕਿਹਾ ਕਿਉਂ? ਕਹਿੰਦੀ ਉਹਦੀ ਆਪਣੀ ਮੱਤ ਹੈ, ਜਿੰਨੀ ਉਹਦੀ ਬਲੈਸਿੰਗ ਲਿਖਿਆ ਸੀ ਲੈ ਕੇ ਚਲਾ ਗਿਆ। ਮੈਂ ਕਿਹਾ ਮੈਂ ਫਿਰ ਮਜ਼ਾਕ ਚ ਆਪਣੇ ਉਸਸੇ ਹਿਊਮਨ ਚ ਮੈਂ ਕਿਹਾ ਗੁਰੂ ਜੀ ਫਿਰ ਹੁਣ ਥੋੜੀ ਉਹਨੂੰ ਸਬਕ ਸਿਖਾਓ ਨਾ, ਉਹਦੀ ਆਂਟੀ ਨੂੰ ਕਿਉਂ ਨਹੀਂ ਆਉਂਦੇ? ਕਹਿੰਦੇ ਹੈ ਕਮਲਿਆ ਗੁਰੂਆਂ ਦਾ ਕੰਮ ਹਰ ਇੱਕ ਤੇ ਚੰਗਾ ਕਰਨਾ ਹੁੰਦਾ, ਕਿਸੇ ਦਾ ਮਾੜਾ ਕਰਨਾ ਨਹੀਂ ਹੁੰਦਾ। ਇਫ ਯੂ ਲਰਨ ਦਿਸ ਕਨਸੈਪਟ, ਇੱਕ ਗੋਲਡਨ ਵਰਡਸ ਨੇ, ਇਸ ਗੋਲਡਨ ਰੂਲ, ਅਗਰ ਇਹਨੂੰ ਅਡਾਪਟ ਕਰ ਲਓ ਤੁਹਾਡੀ ਲਾਈਫ ਬੜੀ ਈਜ਼ੀ ਹੋ ਜਾਂਦੀ ਹੈ। ਉਹ ਕਹਿੰਦੇ ਨੇ ਜੇ ਗੁਰੂਆਂ ਦਾ ਕੰਮ ਕਿਸੇ ਦਾ ਮਾੜਾ ਕਰਨਾ ਨਹੀਂ, ਸਿਰਫ ਚੰਗਾ ਕਰਨਾ, ਤੇ ਗੁਰੂ ਦੀ ਸੰਗਤ ਦਾ ਵੀ ਉਹੀ ਕੰਮ ਹੋਣਾ ਚਾਹੀਦਾ ਹੈ। ਤਾਂ ਹੀ ਅਸੀਂ ਆਪਣੇ ਆਪ ਨੂੰ ਗੁਰੂ ਦੇ ਫੋਲੋਅਰ ਕੋਲ ਆ ਸਕਦੇ ਹਾਂ, ਤਾਂ ਹੀ ਅਸੀਂ ਆਪਣੇ ਆਪ ਨੂੰ ਗੁਰੂ ਦੇ ਡਿਸਾਈਪਲ ਕੋ ਆ ਸਕਦੇ ਹਾਂ। ਗੁਰੂ ਜੀ ਦਾ ਜਿਨ੍ਹਾਂ ਦਾ ਵਿਸ਼ਵਾਸ ਹੈ
ਦ੍ਰਿੜ ਵਿਸ਼ਵਾਸ ਹੈ। ਮੈਂ ਮੇਰੇ ਪਰਿਵਾਰ ਅਸੀਂ 2001 ਤੋਂ ਗੁਰੂ ਜੀ ਨਾਲ ਜੁੜੇ ਹਾਂ, 15 ਸਾਲ ਹੋ ਗਏ। ਅੱਗੇ ਹੀ ਅੱਗੇ ਵਧੇ, ਅੱਗੇ ਹੀ ਦੇਖਿਆ, ਕਦੀ ਪਿੱਛੇ ਜਾਣ ਦੀ ਲੋੜ ਨਹੀਂ ਪਈ। ਭਾਈ ਸਾਹਿਬ ਆਏ ਨੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੱਖ ਪਰਿਵਾਰਾਂ ਨੂੰ ਗੁਰੂ ਨਾਲ ਜੁੜਨਾ ਬੜਾ ਔਖਾ ਹੈ, ਕਿਉਂਕਿ ਸਾਡੇ ਐਜ਼ ਪਰ ਆਵਰ ਰਿਲੀਜੀਅਸ ਮਰਿਆਦਾ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਅਸੀਂ ਕਿਸੇ ਹੋਰ ਨੂੰ ਮੱਥਾ ਨਹੀਂ ਟੇਕਦੇ। ਮੈਨੂੰ ਵੀ ਜਦੋਂ ਗੁਰੂ ਜੀ ਨੇ ਬੁਲਾਇਆ, ਮੈਂ ਕੋਈ ਗੁਰੂ ਜੀ ਕੋਲ ਮੈਨੂੰ ਕੋਈ ਦੁੱਖ ਤਕਲੀਫ ਇਸ ਕਰਕੇ ਨਹੀਂ ਗਿਆ ਸੀ ਕਿ ਮੈਂ ਠੀਕ ਕਰਾਵਾਂ, ਮੈਨੂੰ ਗੁਰੂ ਜੀ ਨੇ ਬੁਲਾਇਆ ਔਰ ਮੈਂ ਬੇਵਕੂਫੀ 'ਚ, ਭੋਲੇਪਨ 'ਚ, ਇਨੋਸੈਂਸ 'ਚ, ਪਾਗਲਪੁਣੇ 'ਚ ਮੈਂ ਨਾ ਕਰਦਾ ਰਿਹਾ। ਮੈਂ ਕਿਹਾ ਮੈਂ ਨਹੀਂ ਜਾਂਦਾ ਕਿਸੇ ਗੁਰੂ ਕੋਲ। ਅਖੀਰ ਇੱਕ ਐਸਾ ਮੌਕਾ ਆਇਆ, ਬਹੁਤ ਲੰਬਾ ਸਤਸੰਗ ਹੈ, ਟੂ ਕੱਟ ਇਟ ਸ਼ਾਰਟ, ਜਦੋਂ ਮੈਂ ਗੁਰੂ ਜੀ ਕੋਲ ਆਇਆ ਤੇ ਜਦੋਂ ਮੈਂ ਗੁਰੂ ਨੂੰ ਜਾਣਿਆ ਤੇ ਫਿਰ ਮੈਨੂੰ ਪਤਾ ਲੱਗਾ ਤੇ ਇਹ ਤੇ ਆਪਣੇ ਆਪ ਨੂੰ ਬਿਲਕੁਲ ਇੱਕ ਭੋਲੇਪਨ 'ਚ ਮੋਡੈਸਟੀ ਦੇ ਤੌਰ ਤੇ ਆਪਣੇ ਆਪ ਨੂੰ ਗੁਰੂ ਜੀ ਕਹਿੰਦੇ ਨੇ, ਤਾਂ ਕਿ ਗੁਰੂ ਵਰਡ ਦੇ ਨਾਲ ਅਸੀਂ ਕਨੈਕਟ ਹੋ ਜਾਂਦੇ ਹਾਂ। ਜੇ ਉਹ ਕਹਿੰਦੇ ਮੈਂ ਰੱਬ ਹਾਂ, ਜੇ ਉਹ ਕਹਿੰਦੇ ਮੈਂ ਭਗਵਾਨ ਹਾਂ, ਮੈਂ ਪਰਮਾਤਮਾ ਹਾਂ, ਅਸੀਂ ਕਹਿੰਦੇ ਬੜਾ ਐਰੋਗੈਂਟ ਆਦਮੀ, ਅਸੀਂ ਨਹੀਂ ਕਦੀ ਕਨੈਕਟ ਹੋ ਸਕਦੇ ਸੀ। ਪਰ ਉਹ ਹੈ ਉਸ ਲੈਵਲ ਦੇ ਸੀ, ਤਾਂ ਹੀ ਮੈਨੂੰ ਅੱਜ ਤੱਕ ਕਦੀ ਡਾਇਰੈਕਟ ਨਹੀਂ ਹੋਇਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਸੇ ਹੋਰ ਨੂੰ ਕਿਉਂ ਮੱਥਾ ਟੇਕ ਰਿਹਾ, ਕਿਉਂਕਿ ਉਹ ਸਾਕਸ਼ਾਤ ਸ਼ਿਵ ਨੇ। ਔਰ ਮੈਨੂੰ ਤੇ ਕਹੀ ਗਏ ਨੇ ਤੇਰੇ ਤੂੰ ਬੜਾ ਨਾਰੰਗ ਅੰਕਲ ਤੇਰੀ ਐਸ਼ ਹੋ ਗਈ, ਤੂੰ ਸ਼ਿਵ ਦੇ ਦਰਸ਼ਨ ਕਰ ਰਿਹਾ। ਇਸ ਤੋਂ ਵੱਡਾ ਮੇਰੇ ਲਈ ਤਾਂ ਹੋਰ ਕੋਈ ਗੱਲ ਹੀ ਨਹੀਂ। ਗੁਰੂ ਜੀ ਨੇ ਇੱਕ ਵਾਰੀ ਮੈਂ ਚੰਡੀਗੜ੍ਹੋਂ ਆ ਰਿਹਾ ਸੀ, ਇਟ ਵਾਜ਼ ਅਬਾਊਟ 2004 ਔਰ 5, ਮੈਂ ਸ਼ਤਾਬਦੀ 'ਚ ਟਰੈਵਲ ਕਰ ਰਿਹਾ ਸੀ। ਮੈਂ ਆਈ ਵਾਜ਼ ਵਿਦ ਦ ਗਵਰਨਮੈਂਟ, ਅਕਸਰ ਚੰਡੀਗੜ੍ਹ ਟੂਰ ਤੇ ਆਉਂਦਾ ਹੁੰਦਾ ਸੀ, ਨੋਰਮਲੀ ਬਾਈ ਕਾਰ ਆਈਦਾ ਸੀ ਔਰ ਆ ਕੇ ਦਫ਼ਤਰ ਦਾ ਕੰਮ ਕਰਕੇ ਸ਼ਾਮੀ ਨੋਰਮਲੀ ਬੰਗਲਾ ਸਾਹਿਬ ਜਾਂਦਾ ਸੀ, ਕੀਰਤਨ ਸੁਣਿਆ ਘੰਟਾ ਕੁ, ਆਈ ਐਮ ਫੌਂਡ ਆਫ ਇਟ। ਉਸ ਤੋਂ ਬਾਅਦ ਕਿਸੇ ਕੋਲ ਗਏ, ਡਰਿੰਕ ਲਿਆ, ਡਿਨਰ ਲਿਆ, ਦੈਟ ਵਾਜ਼ ਦ ਰੂਟੀਨ। ਇੱਕ ਵਾਰੀ ਮੈਂ ਸ਼ਤਾਬਦੀ 'ਚ ਆ ਰਿਹਾ ਸੀ ਤੇ ਮੈਂ ਸਾਰਾ ਰਸਤਾ ਇਹ ਸੋਚਦਾ ਆਇਆ ਕਿ ਯਾਰ ਹੁਣ ਤੇ ਬੰਗਲਾ ਸਾਹਿਬ ਜਾਣਾ ਬੰਦ ਹੋ ਗਿਆ, ਹੁਣ ਤੇ ਕਿਸੇ ਯਾਰ ਦੋਸਤ ਨੂੰ ਮਿਲਦੇ ਨਹੀਂ, ਜਦੋਂ ਚਾਹੀਦਾ ਗੁਰੂ ਜੀ ਕੋਲ ਚਲੇ ਜਾਏ, ਮੈਂ ਠੀਕ ਤੇ ਕਰਦਾ ਪਿਆ। ਇੱਕ ਮਨ 'ਚ ਕੁਐਸਚਨ, ਇਫਸ ਐਂਡ ਬਟਸ। ਮੈਨੂੰ ਗੁਰੂ ਜੀ ਨੇ ਇੱਕ ਵਾਰੀ ਕਿਹਾ ਵੀ ਜੀ ਤੁਹਾਡੇ ਦੋਵਾਂ 'ਚ ਹਾਲੀ ਇਫਸ ਐਂਡ ਬਟਸ ਹੈਗੇ ਨੇ, ਤੇਰਾ ਮੁੰਡਾ ਜਲਦੀ ਜੁੜ ਗਿਆ ਮੇਰੇ ਨਾਲ। ਸੋ ਇਹ ਇੱਕ ਹਿਊਮਨ ਐਂਗਲ ਹੈ ਕਿ ਅਸੀਂ ਜਦੋਂ ਵੀ ਕਿਸੇ ਨਾਲ ਜੁੜਦੇ ਹਾਂ, ਸਾਲ 2 ਸਾਲ 3 ਸਾਲ, ਜਿਹਨੂੰ ਕਹਿੰਦੇ ਨੇ ਪ੍ਰੋਬੇਸ਼ਨ ਹੁੰਦੀ ਹੈ, ਉਹਦੇ ਵਿੱਚ ਮੇਰੇ ਮਨ 'ਚ ਖਿਆਲ ਆਈ ਜਾ ਰਿਹਾ ਸੀ ਕਿ ਮੈਂ ਠੀਕ ਤੇ ਕਰ ਰਿਹਾ। ਫਿਰ ਆਪਣੇ ਮਨ 'ਚ ਆ ਗਿਆ ਕੋਈ ਗੱਲ ਨਹੀਂ, ਮਾੜੀ ਗੱਲ ਨਹੀਂ, ਕੋਈ ਸ਼ਰਾਬ ਖਾਣੇ ਨਹੀਂ ਜਾ ਰਿਹਾ, ਕੋਈ ਦਾਰੂ ਨਹੀਂ ਕਰ ਰਿਹਾ, ਕੋਈ ਜੂਆ ਨਹੀਂ ਖੇਡ ਰਿਹਾ, ਗੁਰੂ ਕੋਲ ਹੀ ਤੇ ਜਾਣਾ, ਉੱਥੇ ਵੀ ਕੀਰਤਨ ਹੀ ਹੁੰਦਾ। ਵਟ ਰੋਂਗ ਆਈ ਐਮ ਡੂਇੰਗ। ਇਹ ਸਾਰਾ ਸੋਚਦਾ ਮੈਂ ਸ਼ਤਾਬਦੀ ਦੇ ਵਿੱਚੋਂ ਗੁਰੂ ਜੀ ਕੋਲ ਤਕਰੀਬਨ ਮੈਨੂੰ ਯਾਦ ਹੈ 10:15 ਕੇ 10:20 ਤੇ ਪਹੁੰਚਿਆ ਐਮਪਾਇਰ ਸਟੇਟ। ਜਾ ਕੇ ਮੱਥਾ ਟੇਕ ਕੇ ਆ ਗਏ ਨਾਰੰਗ ਅੰਕਲ? ਮੈਂ ਕਿਹਾ ਹਾਂਜੀ। ਜਾ ਬੰਗਲਾ ਸਾਹਿਬ ਮੱਥਾ ਟੇਕ ਕੇ ਆ। ਸਟ੍ਰੇਟ ਦੇਅਰ ਐਂਡ ਦੈਨ ਮੈਂ ਕਿਹਾ ਗੁਰੂ ਜੀ ਬੰਗਲਾ ਸਾਹਿਬ ਐਸੇ ਲਈ ਕੀ ਕਰਨ ਜਾਵਾਂਗਾ, ਸੁਖਾਸਨ ਹੋ ਗਿਆ ਹੋਣਾ। ਸੁਖਾਸਨ ਹੈ ਜਦ ਗੁਰੂ ਗ੍ਰੰਥ ਸਾਹਿਬ ਨੂੰ ਮਰਿਆਦਾ ਦੇ ਮੁਤਾਬਕ ਉਸ ਦਿਨ ਲਈ ਕਾਲ ਇਟ ਆਫ ਦ ਫਾਦਰ ਡੇ। ਮੈਂ ਕਿਹਾ ਜੀ ਉਸ ਤੇ ਸੁਖਾਸਨ ਹੋ ਗਿਆ ਹੋਣਾ, ਮੈਂ ਕੱਲ ਚਲੇ ਜਾਵਾਂਗਾ। ਨਾਰੰਗ ਅੰਕਲ ਗੁਰੂਆਂ ਨਾਲ ਬਹਿਸ ਨਹੀਂ ਕਰੀਦੀ, ਜਾਓ। ਬੁੜਦਾ ਬਣਾਉਂਦਾ ਨਾਰੰਗ ਅੰਕਲ ਕਾਰ 'ਚ ਬੈਠਾ, ਪੁੱਠੇ ਪੈਰੀ ਸਿੱਧਾ ਬੰਗਲਾ ਸਾਹਿਬ, ਔਰ ਸਾਰਾ ਰਸਤਾ ਬੁੜ ਕਰਦਾ ਗਿਆ ਕਿ ਅੱਜ ਗੁਰੂ ਜੀ ਨੇ ਕੀ ਸੱਜੀ ਹੈ। ਮੈਂ ਕੋਈ ਕੰਧਾਂ ਦੇ ਦਰਸ਼ਨ ਕਰਨ ਜਾਣੇ, ਕੋਈ ਦੀਵਾਰਾਂ ਦੇ ਦਰਸ਼ਨ ਕਰਨ ਜਾਣੇ ਨੇ। ਮੈਂ ਜਾਵਾਂ ਜਦੋਂ ਕੀਰਤਨ ਹੋਵੇ ਤੇ ਕੋਈ ਵਾਕ ਹੋ ਰਿਹਾ ਹੋਵੇ, ਕੋਈ ਅਰਦਾਸ ਹੋਵੇ, ਜੋ ਵੀ ਆਪਣੀ ਮਰਿਆਦਾ, ਤੇ ਮੈਂ ਕਦ ਲਈ ਜਾਵਾਂ? ਪਤਾ ਨਹੀਂ ਗੁਰੂ ਜੀ ਦਾ ਮਨ 'ਚ ਕੀ ਆਇਆ, ਪਰ ਨਾ ਕਰ ਨਹੀਂ ਸਕਦਾ, ਜੁੜ ਚੁੱਕਾ। ਖੈਰ ਜੀ ਗੱਡੀ ਭਜਾ ਕੇ 10 ਪੌਣੇ 11 10:50 ਤੇ ਮੈਂ ਪਹੁੰਚਿਆ। ਸਰਦੀਆਂ ਦੇ ਦਿਨ ਸੀ, ਨਵੰਬਰ ਦਸੰਬਰ ਦਾ ਮਹੀਨਾ। ਧਿਆਨ ਤੇ ਮੇਰਾ ਇਹੋ ਹੀ ਸੀਗਾ ਇਹਦੇ 'ਚ ਕਿ ਹੁਣ ਸੁਖਾਸਨ ਹੋ ਗਿਆ ਹੋਣਾ। ਮੈਂ ਜਦੋਂ ਪਹੁੰਚਿਆ, ਜੋੜੇ ਉਤਾਰੇ, ਪੈਰ ਧੋਤੇ, ਉੱਥੇ ਪੌੜੀਆਂ ਦੇ ਥੱਲੇ ਇੱਕ ਸੇਵਾਦਾਰ ਖੜੇ ਸੀ, ਜਿਹੜੇ ਨੋਰਮਲੀ ਨਹੀਂ ਹੁੰਦੇ, ਰਾਤ ਵੇਲੇ ਆ ਗਏ ਹੋਣਗੇ। ਮੈਂ ਪੁੱਛਿਆ, ਮੈਂ ਕਿਹਾ ਸਿੰਘ ਸਾਹਿਬ ਸੁਖਾਸਨ ਹੋ ਗਿਆ? ਉਹ ਇੰਝ ਹੀ ਘੜੀ ਕਰਕੇ ਕਹਿੰਦਾ ਸਰਦਾਰ ਸਾਹਿਬ ਰੋਜ਼ ਤੇ 10 ਵਜੇ ਹੋ ਜਾਂਦਾ, ਅੱਜ ਪਤਾ ਨਹੀਂ ਕਿਉਂ ਨਹੀਂ ਹੋਇਆ। ਦੈਟ ਵਾਜ਼ ਮਾਈ ਗੁਰੂ। ਮੈਂ ਉੱਤੇ ਗਿਆ, ਉਸ ਤੋਂ ਬਾਅਦ ਕੀਰਤਨ ਸੋਲੇ ਦਾ ਪਾਠ ਹੋਇਆ, ਅਰਦਾਸ ਹੋਈ ਹੈ, ਵਾਕ ਲਿਆ ਗਿਆ, ਸਮਾਪਤੀ ਹੋਈ ਹੈ, ਪਰਿਕਰਮਾ ਕਰਕੇ ਸੁਖਾਸਨ ਤੇ ਰੱਖਿਆ ਗਿਆ। ਮੈਨੂੰ ਉਦੋਂ ਕੀ ਪਤਾ ਜਦੋਂ ਗੁਰੂ ਭੇਜ ਰਿਹਾ ਸੀ ਮੈਨੂੰ। ਮੈਂ ਉਹ ਕਰਾ ਕੇ ਸਾਰਾ ਮੁੜ ਕੇ 11:30 ਪੌਣੇ 12 ਵਾਪਸ ਐਮਪਾਇਰ ਸਟੇਟ ਪਹੁੰਚਿਆ। ਗੁਰੂ ਜੀ ਨੇ ਸਿਰਫ ਇੰਨਾ ਹੀ ਕਿਹਾ, ਹੋ ਆਇਆ, ਤਸੱਲੀ ਹੋ ਗਈ? ਤਸੱਲੀ ਵਾਜ਼ ਦ ਡਾਊਟਸ ਆਈ ਹੈਡ ਇਨ ਮਾਈਂਡ। ਤਸੱਲੀ ਦਰਸ਼ਨਾਂ ਦੀ ਨਹੀਂ ਸੀ ਉਸ ਵੇਲੇ, ਤਸੱਲੀ ਇਹ ਸੀ ਕਿ ਮੇਰੇ ਮਨ 'ਚ ਜਿਹੜੇ ਸਵਾਲ ਜਵਾਬ ਜਵਾਰ ਭਾਟਾ ਚੱਲ ਰਹੀ ਸੀ ਨਾ, ਉਹਦੀ ਸੀ। ਕਹਿੰਦੇ ਹੋ ਆਇਆ, ਤਸੱਲੀ ਹੋ ਗਈ? ਮੈਂ ਕਿਹਾ ਹਾਂ। ਕਹਿੰਦੇ ਲੰਗਰ ਖਾ। ਦਿਸ ਇਜ਼
one example to supplement it again. ਗੁਰੂ ਜੀ ਹਮੇਸ਼ਾ ਕਹਿੰਦੇ ਸੀ ਕਿਸੇ ਦੇ ਲਾਈਫ 'ਚ ਕੋਈ ਕੋਇਨਸੀਡੈਂਸ ਨਹੀਂ ਹੁੰਦੇ। ਮੈਂ ਰੈਗੂਲੇਟ ਕਰਦਾ ਆਪਣੇ ਭਗਤਾਂ ਦੀ ਲਾਈਫ 'ਚ। 2 ਸਾਲ ਦੀ ਗੱਲ, ਅਸੀਂ ਅੰਮ੍ਰਿਤਾ ਸ਼ੇਰਗਿੱਲ ਮਾਰਗ ਉੱਥੇ ਰਹਿੰਦੇ ਸੀਗੇ ਗਵਰਨਮੈਂਟ ਬੰਗਲੋ 'ਚ, ਖਾਨ ਮਾਰਕੀਟ ਕੋਲ। ਤੇ ਰੋਜ਼ ਵਾਈਫ ਨੇ ਕਹਿਣਾ ਚਲੋ ਬੰਗਲਾ ਸਾਹਿਬ ਹੋ ਆਈਏ, ਗੁਰੂ ਜੀ ਕਹਿੰਦੇ ਸੀ ਜਾਇਆ ਕਰੋ। ਮੈਨੂੰ ਕਹਿੰਦੇ ਸੀ ਗੁਰੂ ਜੀ ਬੰਗਲਾ ਸਾਹਿਬ ਜਾਇਆ ਕਰ, ਪਰ ਕਿਉਂਕਿ ਕੀਰਤਨ ਇੱਥੇ ਸੁਣ ਲਈਦਾ ਤੇ ਨਹੀਂ ਕਦੀ ਇੰਨੀ ਪ੍ਰਾਇੋਰਟੀ ਦਿੱਤੀ। ਅਸੀਂ ਕਿਹਾ ਅਗਲੇ ਹਫ਼ਤੇ ਜਾਵਾਂਗੇ, ਅਗਲੇ ਸੰਡੇ ਜਾਵਾਂਗੇ। 2 3 4 5 6 ਸੰਡੇ ਨਿਕਲ ਗਏ, ਅਸੀਂ ਨਹੀਂ ਗਏ। ਓਨਲੀ ਬਿਕੋਜ਼ ਵੀ ਡਿਡਨਟ ਗਿਵ ਪ੍ਰਾਇੋਰਟੀ। ਇਹ ਨਹੀਂ ਕਿ ਸ਼ਰਧਾ ਘੱਟ ਸੀ ਜਾਂ ਕੁਛ ਸੀ, ਪਰ ਨਹੀਂ ਮਨ 'ਚ ਆਇਆ, ਪ੍ਰਾਇੋਰਟੀ ਨਹੀਂ ਸੀ। ਐਂਡ ਵਨ ਫਾਈਨ ਮਾਰਨਿੰਗ ਸਵੇਰੇ 7 ਵਜੇ ਮੈਨੂੰ ਇੱਕ ਆਂਟੀ ਦਾ ਫੋਨ ਆਉਂਦਾ ਹੈ। ਅੱਜ ਪਤਾ ਨਹੀਂ ਆਏ ਨੇ ਕਿ ਨਹੀਂ, ਲੋਧੀ ਸਟੇਟ 'ਚ ਰਹਿੰਦੇ ਨੇ। ਮੈਨੂੰ ਆਂਟੀ ਕਹਿੰਦੇ ਨੇ ਨਾਰੰਗ ਅੰਕਲ। ਮੈਂ ਕਿਹਾ ਸਵੇਰੇ ਸਵੇਰੇ ਸੁੱਖ ਤੇ ਹੈ, ਕੀ ਗੱਲ ਆਂਟੀ? ਕਹਿੰਦੇ ਗੁਰੂ ਜੀ ਹੁਣੇ ਆਏ ਸੀ, ਸੁਪਨੇ 'ਚ ਕਹਿ ਕੇ ਗਏ ਨੇ ਨਾਰੰਗ ਅੰਕਲ ਨੂੰ ਕਹੋ ਅੱਜ ਆਂਟੀ ਨੂੰ ਲੈ ਕੇ ਬੰਗਲਾ ਸਾਹਿਬ ਜਾਵੇ, ਅੱਜ ਗੁਰੂ ਹਰਕ੍ਰਿਸ਼ਨ ਦਾ ਜਨਮ ਦਿਨ ਹੈ। ਵਿਚ ਆਈ ਡਿਡ ਨਾਟ ਨੋ ਮਾਈ ਸੈਲਫ। ਆਈ ਕਮ ਫਰੋਮ ਅੰਮ੍ਰਿਤਸਰ। ਮੈਨੂੰ ਸ਼ਾਇਦ ਗੁਰੂ ਰਾਮਦਾਸ ਦਾ ਗੁਰਪੁਰਬ ਤੇ ਪਤਾ ਰਹਿੰਦਾ, ਗੁਰੂ ਹਰਕ੍ਰਿਸ਼ਨ ਦਾ ਨਹੀਂ ਪਤਾ ਰਹਿੰਦਾ। ਨੋਟ ਦਿੱਲੀਆਈਟ। ਲੇਕਿਨ ਕਿਸ ਤਰ੍ਹਾਂ ਗੁਰੂ ਆਪਣੇ ਭਗਤਾਂ ਦਾ ਖਿਆਲ ਵੀ ਕਰਦਾ ਹੈ, ਛੋਟੀਆਂ ਛੋਟੀਆਂ ਸੋਚਾਂ ਪੂਰੀਆਂ ਕਰਦਾ ਹੈ। ਔਰ ਸਤਸੰਗ ਸਾਡੇ ਪਲ ਪਲ ਦੇ ਨੇ। ਪਿਛਲੇ 10 ਦਿਨ ਪਹਿਲੇ, 15 ਦਿਨ ਪਹਿਲੇ ਇੱਕ ਛੋਟਾ ਜਿਹਾ ਸਤਸੰਗ ਸੀ ਮੇਰੇ ਘਰ 'ਚ, ਵੈਰੀ ਸਮਾਲ। ਸਤਸੰਗ ਕਰਨ ਤੋਂ ਬਾਅਦ ਮੈਂ ਕਿਸੇ ਪਾਰਟਿਕੂਲਰ, ਮੈਂ ਕਿਹਾ ਜਨਰਲ ਕਪੂਰ ਨੂੰ ਮੈਂ ਦੱਸ ਵੀ ਚੁੱਕਾ ਹੈ, ਮੈਂ ਜਨਰਲ ਕਪੂਰ ਦਾ ਨਾਂ ਲੈਣ ਲੱਗਾ ਸੀ ਕਿ ਜਨਰਲ ਸਾਹਿਬ ਹੁਣ ਤੁਸੀਂ ਸਤਸੰਗ ਕਰੋ। ਪਤਾ ਨਹੀਂ ਮੇਰੇ ਮੂੰਹ 'ਚ ਇੱਕਦਮ ਨਿਕਲਿਆ, ਮੈਂ ਕਿਹਾ ਮੌਨਕ ਆਂਟੀ ਸਤਸੰਗ ਕਰਨਗੇ। ਜਦੋਂ ਉਹਨਾਂ ਨੇ ਸਤਸੰਗ ਕੀਤਾ, ਉਸ ਤੋਂ ਬਾਅਦ ਮੈਨੂੰ ਕਹਿੰਦੇ ਨੇ ਅੱਜ ਪਤਾ ਕੀ ਹੋਇਆ? ਮੈਂ ਕਿਹਾ ਕੀ? ਕਹਿੰਦੇ ਤੁਹਾਡਾ ਸਤਸੰਗ ਸੁਣ ਕੇ ਮੇਰਾ ਬਹੁਤ ਦਿਲ ਕੀਤਾ ਸੀ ਕਿ ਮੈਂ ਪ੍ਰਾਂਸ਼ੂ ਦਾ, ਆਪਣੇ ਬੇਟੇ ਦਾ ਟ੍ਰੀਟਮੈਂਟ ਦਾ ਸਤਸੰਗ ਸੰਗਤ 'ਚ ਕਰਾਂ, ਕਦੇ ਨਹੀਂ ਕੀਤਾ। ਤੇ ਮੈਂ ਗੁਰੂ ਜੀ ਨੂੰ ਅਰਦਾਸ ਕਰਦੀ ਪਈ ਸੀ, ਗੁਰੂ ਜੀ ਅੱਜ ਮੈਨੂੰ ਮੌਕਾ ਮਿਲਿਆ ਤੇ ਮੈਂ ਸਤਸੰਗ ਪ੍ਰਾਂਸ਼ੂ ਦਾ ਕਰਾਂਗੀ। ਐਂਡ ਦੈਨ ਯੂ ਕਾਲਡ ਮੀ ਦੇਅਰ ਐਂਡ ਦੈਨ। ਕਿੰਨੀ ਜਲਦੀ ਸੁਣਦੇ ਨੇ ਗੁਰੂ ਜੀ। ਇਹਨਾਂ ਨੇ ਕਿਹਾ ਮੇਰਾ ਗਲਾ ਖਰਾਬ ਹੈ, ਸਾਨੂੰ ਤੇ ਲੱਗਾ ਰਹੀ ਥੀ ਕਰਦਾ ਗੁਰੂ। ਸੋ ਮਾਈ ਪੁਆਇੰਟ ਇਜ਼ ਸਤਸੰਗ ਸਾਡਾ ਪਲ ਪਲ ਦਾ ਹੈ। ਐਵਰੀ ਮੂਮੈਂਟ ਇਜ਼ ਅ ਸਤਸੰਗ, ਪ੍ਰੋਵਾਈਡਡ ਤੁਸੀਂ ਉਹਦੇ ਵਿੱਚੋਂ ਲੱਭੋ ਸਤਸੰਗ। ਤੁਸੀਂ ਜਦੋਂ ਜੁੜ ਜਾਂਦੇ ਹੋ, ਗੁਰੂ ਦੀ ਮਿਹਰ ਲੱਭੋ। ਸਤਸੰਗ ਨੂੰ ਅਗਰ ਸਟੋਰੀ ਲਓ, ਸਤਸੰਗ ਨੂੰ ਅਗਰ ਕੋਈ ਕਹਾਣੀ ਲਓ, ਮੈਂ ਤੁਹਾਨੂੰ ਕੋਈ ਵੀ ਸਤਸੰਗ ਕਰਾਂ, ਤੁਹਾਡੇ 'ਚੋਂ ਕਈ ਕਹਿਣਗੇ ਯਾਰ ਇਹ ਤਾਂ ਸੁਣਿਆ ਹੋਇਆ। ਕੋਈ ਸਤਸੰਗ ਸੁਣਿਆ ਨਹੀਂ ਹੁੰਦਾ, ਪੁਰਾਣਾ ਨਹੀਂ ਹੁੰਦਾ। ਸਤਸੰਗ ਇਜ਼ ਆਲਵੇਜ਼ ਫਰੈਸ਼। ਜਦੋਂ ਸੁਣਦੇ ਹੋ ਉਹਨੂੰ ਅਗਰ 2 ਵਾਰੀ 4 ਵਾਰੀ 6 ਵਾਰੀ ਸੁਣੋਗੇ, ਉਹਦੇ 'ਚ ਨਵਾਂ ਮੀਨਿੰਗ ਨਿਕਲਦਾ, ਉਹਦੇ 'ਚ ਨਵੀਂ ਇੰਟਰਪ੍ਰੀਟੇਸ਼ਨ ਨਿਕਲਦੀ ਹੈ। ਤੁਹਾਨੂੰ ਉਹਦੇ 'ਚ ਗੁਰੂ ਦੀ ਵਡਿਆਈ ਨਵੇਂ ਤਰੀਕੇ ਨਾਲ ਨਜ਼ਰ ਆਉਂਦੀ, ਜਿਹੜੀ ਤੁਸੀਂ ਪਹਿਲੇ ਤੁਹਾਡੇ ਦਿਮਾਗ ਵਿੱਚ ਨਹੀਂ ਗਈ ਸੀ। ਔਰ ਉਹੀ ਚੀਜ਼ ਸਤਸੰਗ ਲਈ ਹੁੰਦੀ ਹੈ ਕਿ ਤੁਸੀਂ ਗੁਰੂ ਦੀ ਵਡਿਆਈ ਲੱਭੋ, ਗੁਰੂ ਦੀ ਮਹਿਮਾ ਲੱਭੋ। ਔਰ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਸ ਗੁਰੂ ਦੇ ਨਾਲ ਜੇ ਜੁੜ ਰਹੇ ਹੋ ਤੇ ਗੁਰੂ ਦੇ ਬਾਰੇ ਉਹਨੂੰ ਜਾਣੋ। ਮੈਨੀ ਅੰਕਲ ਆਂਟੀ ਦੇ ਘਰ ਸਭ ਤੋਂ ਪਹਿਲੇ ਇਸ ਸਤਸੰਗ ਲਈ ਮੇਰੇ ਖਿਆਲ 2011 'ਚ ਆਇਆ ਸੀ। 10 ਜਾਂ 11 'ਚ ਆਇਆ ਸੀ, ਸ਼ਾਇਦ 10 ਵਿੱਚ ਸੀ, ਪਤਾ ਨਹੀਂ 11 ਸੀ, ਜਦੋਂ ਸਾਰੇ ਕਨਾਤ ਦੇ ਉੱਤੇ 2010 'ਚ। ਔਰ ਉਦੋਂ ਮੈਂ ਨਵਾਂ ਹੀ, ਮੇਰੀ ਹਾਰਟ ਪ੍ਰੋਬਲਮ ਹੋਈ ਸੀ, ਮੈਂ ਆ ਕੇ ਸਤਸੰਗ ਕੀਤਾ ਸੀ ਇੱਥੇ। ਮੈਨੂੰ ਅੱਜ ਵੀ ਯਾਦ ਆ, ਉਹ YouTube ਤੇ ਬੜੇ ਲੋਕ ਸੁਣਦੇ ਨੇ, ਦੱਸਦੇ ਰਹਿੰਦੇ ਨੇ। ਮੈਂ ਸਿਰਫ ਨਵੀਂ ਸੰਗਤ ਨੂੰ ਇੱਕ ਸਤਸੰਗ ਜ਼ਰੂਰ ਦੱਸਾਂਗਾ ਤਾਂ ਕਿ ਇਟ ਸ਼ੁਡ ਨਾਟ ਲੁੱਕ ਲਾਈਕ ਪਿਓਰ ਫਿਲਾਸਫੀ। ਪਹਿਲੀ ਗੱਲ ਇਹ, ਗੁਰੂ ਜੀ ਕਹਿੰਦੇ ਹੁੰਦੇ ਸੀ ਕੋਈ ਸੰਗਤ ਮੇਰੇ ਲਈ ਨਵੀਂ ਜਾਂ ਪੁਰਾਣੀ ਨਹੀਂ, ਇਹ ਮੈਂ ਹੀ ਜਾਣਦਾ ਕੋਈ ਮੇਰੇ ਨਾਲ ਕਦੋਂ ਦਾ ਜੁੜਿਆ। ਕਈਆਂ ਨੇ ਉਹਨਾਂ ਨੇ ਕਿਹਾ ਤੂੰ ਕਈ ਜਨਮਾਂ ਦਾ ਜੁੜਿਆ ਹੈ। ਭਾਈ ਸਾਹਿਬ ਨੂੰ ਉਹਨਾਂ ਨੇ ਕਿਹਾ ਤੁਸੀਂ ਪਿਛਲੇ ਜਨਮ ਵਿੱਚ ਵੀ ਇਹੋ ਹੀ ਕਾਰਜ ਕਰਦੇ ਸੀਗੇ। ਸੋ ਗੁਰੂ ਓਨਲੀ ਨੋਜ਼, ਵੀ ਡੋਂਟ ਨੋ। ਤੁਸੀਂ ਮੰਤਰ ਜਾਪ ਪੜਿਆ ਹੋਣੇ, ਸਦਾ ਆਂਟੀ ਦਾ ਗਾਇਆ ਹੋਇਆ ਓਮ ਨਮੋ ਸ਼ਿਵਾਏ। ਅੱਜ ਤੇ ਭਾਈ ਸਾਹਿਬ ਨੇ ਗਾਇਆ, ਵੈਸੇ ਸਦਾ ਆਂਟੀ ਦਾ ਰਿਕਾਰਡਡ ਹੈ ਜਿਹੜਾ। ਉਹਨਾਂ ਨੂੰ ਗੁਰੂ ਜੀ ਨੇ ਕਿਹਾ ਸੀ ਤੂੰ ਮੇਰੇ ਕੋਲ ਅੱਜ ਨਹੀਂ ਆਈ, ਤੂੰ 6 ਸਾਲ ਦੀ ਸੀ, ਬਿਮਾਰ ਹੋਈ ਸੀ, ਫਲਾਣੇ ਹਸਪੀਟਲ 'ਚ ਇਕੱਠੀ ਹੋਈ ਸੀ, ਮੈਂ ਉਦੋਂ ਤੇਰੇ ਨਾਲ ਗਿਆ ਸੀ। ਫਿਰ ਤੈਨੂੰ ਉਹੀ ਪ੍ਰੋਬਲਮ ਦੁਬਾਰਾ ਹੋਈ ਜੋ ਤੂੰ 18-19 ਸਾਲ ਦੀ ਸੀ, ਫਿਰ ਤੂੰ ਫਲਾਣੇ ਹਸਪੀਟਲ 'ਚ ਐਡਮਿਟ ਹੋਈ ਸੀ, ਉਦੋਂ ਮੈਂ ਤੇਰੇ ਨਾਲ ਗਿਆ ਸੀ। ਹਾਊ ਕੈਨ ਯੂ ਸੇ ਕਿ ਮੈਂ ਗੁਰੂ ਨਾਲ ਉਦੋਂ ਜੁੜਦਾ ਜਦੋਂ ਮੈਂ ਸਮਝਦਾ ਕਿ ਮੈਂ ਜੁੜ ਗਿਆ। ਗੁਰੂ ਨੂੰ ਪਤਾ ਕਿਹੜੀ ਸੰਗਤ ਪੁਰਾਣੀ, ਕਿਹੜੀ ਨਵੀਂ। ਔਰ ਗੁਰੂ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਤੁਸੀਂ ਜਦੋਂ ਵੀ ਮੇਰੇ ਨਾਲ ਜੁੜ ਜਾਓ, ਜਦੋਂ ਵੀ ਤੁਸੀਂ ਮੇਰੇ ਨਾਲ ਮੇਰੇ ਸਥਾਨ 'ਚ ਆ ਜਾਓ, ਤੁਸੀਂ ਸਮਝੋ ਕਿ ਬਸ ਮੈਂ ਉਸ ਦਿਨ ਤੋਂ ਤੁਹਾਡੀ ਐਡਮਿਸ਼ਨ ਵੀ ਸ਼ੁਰੂ ਕਰ ਦੇਣਾ। ਗੁਰੂ ਜੀ ਨੇ ਬਹੁਤ ਸਤਸੰਗ ਜਿਹੜੇ ਨੇ ਗੁਰੂ ਜੀ ਦੇ ਚੋਲਾ ਰੂਪ 'ਤੇ ਟਾਈਮ ਦੇ ਨੇ, 2007 ਤੱਕ ਬੜੀਆਂ ਮਿਹਰਾਂ ਕੀਤੀਆਂ।
ਲੇਕਿਨ ਜਿੰਨੀਆਂ ਮੇਰਾ 2007 ਤੋਂ ਬਾਅਦ ਹੋਈਆਂ ਨੇ ਉਹ ਉਸ ਤੋਂ ਵੀ 1000 ਗੁਣਾ ਜ਼ਿਆਦਾ ਨੇ। ਵਾਟ ਡਸ ਦੈਟ ਇੰਪਲਾਈ? ਦੈਟ ਇੰਪਲਾਈਜ਼ ਕਿ ਗੁਰੂ ਜੀ ਨੇ ਕਦੀ ਵੀ ਪੁਰਾਣੀ ਨਵੀਂ ਸੰਗਤ 'ਚ ਨਹੀਂ ਕੀਤਾ ਕੋਈ ਡਿਫਰੈਂਸ। ਉਹਨਾਂ ਨੇ ਨਵੀਂ ਸੰਗਤ ਨੂੰ ਉਨੀਆਂ ਬਖਸ਼ਾਂ ਦਿੱਤੀਆਂ ਨੇ। ਐਜ਼ ਅ ਮੈਟਰ ਆਫ ਫੈਕਟ ਜਿਹੜੀ ਪੁਰਾਣੀ ਸੰਗਤ ਹੈ ਉਹਨਾਂ ਕੋਲੋਂ ਨਵੀਂ ਸੰਗਤ ਜੈਲਸ ਹੈ ਕਿ ਇਹਨਾਂ ਨੇ ਦਰਸ਼ਨ ਕੀਤੇ ਨੇ, ਗੱਪਸ਼ਾਂ ਮਾਰਦੇ ਸੀ, ਇਹਨਾਂ ਨੇ ਉਹਨੂੰ ਛੂਹਿਆ ਹੋਇਆ। ਛੋਹ ਪ੍ਰਾਪਤ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਕਿ ਗੁਰੂ ਜੀ ਦੇ ਚਰਨ ਛੂਹੇ ਨੇ, ਗੁਰੂ ਜੀ ਦੀ ਬੋਡੀ ਨੂੰ ਛੂਹ ਕੀਤਾ ਤੇ ਉਹ ਸਾਡੇ ਤੋਂ ਜੈਲਸ ਨੇ ਕਿ ਇੱਥੇ ਬੜੇ ਗੁਰੂ ਜੀ ਨਾਲ ਗੱਪਸ਼ਾਂ ਮਾਰਦੇ ਸੀ, ਬੜੇ ਕਲੋਜ਼ ਸੀ, ਅਸੀਂ ਬੜੀ ਲੇਟ ਆਏ। ਲੇਕਿਨ ਅਸੀਂ ਇਹਨਾਂ ਤੋਂ ਜੈਲਸ ਹਾਂ ਨਵੀਂ ਸੰਗਤ ਤੋਂ ਕਿ ਅਸੀਂ ਤਾਂ ਉਹਨਾਂ ਨੂੰ ਸਿਰਫ ਗੁਰੂ ਜੀ, ਇੱਕ ਮਹਾਪੁਰਸ਼, ਅਬਵ ਆਰਡੀਨਰੀ ਪਰਸਨ ਗਿਣਿਆ। ਇਸ ਸੰਗਤ ਨੇ ਸਾਨੂੰ ਸਿਖਾਇਆ ਕਿ ਉਹ ਪਰਮਾਤਮਾ ਰੱਬ ਰੂਪੀ ਨੇ। ਅੱਜ ਜਿਹੜੀ ਸੰਗਤ ਨਵੀਂ ਗੁਰੂ ਜੀ ਕੋਲ ਆ ਰਹੀ ਹੈ ਉਹ ਰੱਬ ਦੇ ਮੰਦਰ 'ਚ ਆ ਰਹੀ ਹੈ, ਸ਼ਿਵ ਦੇ ਮੰਦਰ 'ਚ ਆ ਰਹੀ ਹੈ। ਉਹਨਾਂ ਨੇ ਸਾਨੂੰ ਸਿਖਾਇਆ ਕਿ ਇਹ ਤੇ ਭਗਵਾਨ ਸੀ ਸਾਕਸ਼ਾਤ ਔਰ ਅਸੀਂ ਭਗਵਾਨ ਸਮਝ ਨਹੀਂ ਪਾਏ, ਪਹਿਚਾਨ ਹੀ ਨਹੀਂ ਪਾਏ ਕਿਉਂਕਿ ਸਾਡੀ ਬਚਪਨ ਤੋਂ ਇੱਕ ਐਸੀ ਗਰੂਮਿੰਗ ਹੈ ਕਿ ਭਗਵਾਨ ਤੇ ਦਿਖਾਈ ਨਹੀਂ ਦਿੰਦਾ ਔਰ ਜੇ ਦਿਸ ਜਾਏ ਭਗਵਾਨ ਹੋ ਨਹੀਂ ਸਕਦਾ। ਅਸੀਂ ਤਾਂ ਇਸੇ ਚੀਜ਼ 'ਚ ਮਾਰੇ ਗਏ। ਤਾਂ ਇਸ ਕਰਕੇ ਹਰ ਇੱਕ ਤੋਂ ਆਪਣਾ ਰਿਗਰੈਟ ਹੈ। ਪਰ 2010 'ਚ ਮੈਂ ਫੈਮਿਲੀ ਦੇ ਨਾਲ ਕੇਰਲਾ ਗਿਆ ਹੋਇਆ ਸੀਗਾ। ਉੱਥੇ ਸਡਨਲੀ ਮੁਨਾਰ ਇੱਕ ਹਿਲ ਸਟੇਸ਼ਨ ਹੈ। ਆਈ ਗੋਟ ਸਮ ਪੇਨ ਇਨ ਦ ਚੈਸਟ। ਇਟ ਵਾਜ਼ ਅ ਕਲਾਸਿਕਲ ਕੇਸ ਆਫ ਏ ਹਾਰਟ ਏਲਮੈਂਟ। ਮੈਂ ਜਦੋਂ ਬੁਲਾਇਆ, ਮੇਰਾ ਵਾਈਫ ਸੀ, ਮੇਰਾ ਲੜਕਾ ਸੀ ਤੇ ਇਹਨਾਂ ਨੇ ਇਮੀਡੀਏਟਲੀ ਜੋ ਰਿਐਕਸ਼ਨ ਹੁੰਦਾ ਵੀ ਡਾਕਟਰ ਬੁਲਾਓ। ਉਹਨਾਂ ਨੇ ਕਿਹਾ ਜੀ ਡਾਕਟਰ ਤੇ ਬੜੀ ਦੂਰ ਹੈ, ਛੋਟਾ ਜਿਹਾ ਹਿਲ ਸਟੇਸ਼ਨ ਹੈ ਤੇ ਟਾਟਾ ਟੀ ਸਟੇਟ ਵਾਲੇ ਨੇ, ਘੰਟਾ ਲੱਗ ਜਾਏਗਾ ਉਹਨੂੰ ਆਉਣ 'ਚ। ਆਈ ਸੈਡ ਦੈਟਸ ਫਾਈਨ। ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਹੈ, ਵੀ ਆਰ ਹਿਊਮਨ ਬੀਇੰਗ, ਘਬਰਾ ਸਾਰੇ ਹੀ ਜਾਂਦੇ ਆ। ਇਹਨਾਂ ਉੱਤੇ ਐਡਾ ਵੱਡਾ ਕ੍ਰਾਈਸਿਸ ਆ, ਇਹਨਾਂ ਨੂੰ ਵੀ ਘਬਰਾ ਕੇ ਹੋਣਗੇ। ਪਰ ਜਿਹੜੇ ਗੁਰੂ ਵਾਲੇ ਹੁੰਦੇ ਨੇ ਨਾ, ਉਹ ਗੁਰੂ ਦਾ ਸਿਮਰਨ ਕਰਕੇ ਉਹਦੇ 'ਚੋਂ ਕੌਨਫੀਡੈਂਸ ਲੱਭਦੇ ਨੇ ਔਰ ਉਹਨਾਂ ਨੂੰ ਗੁਰੂ ਉਦੋਂ ਮਦਦ ਕਰਦਾ ਹੈ। ਅਸੀਂ ਤਿੰਨਾਂ ਨੇ ਇਨਕਲੂਡਿੰਗ ਮੀ ਐਜ਼ ਅ ਪੇਸ਼ੈਂਟ ਵੀ ਸਟਾਰਟਡ ਗੁਰੂ ਜੀ ਦਾ ਵਰਸ਼ਿਪਿੰਗ ਕਰਨੀ। ਕਿਸੇ ਕੋਲ ਲੋਕਟ ਸੀ, ਕਿਸੇ ਕੋਲ ਫੋਟੋ ਸੀ ਔਰ ਕਈ ਮਨ 'ਚ ਵੈਸੇ ਸਿਮਰਨ ਕਰਦੇ ਨੇ ਗੁਰੂ ਨੂੰ ਧਿਆਨ ਕਰਕੇ। ਲੇਕਿਨ ਉਹਦੇ ਨਾਲ ਤੁਹਾਡਾ ਜਿਹੜਾ ਨਾ ਉਹ ਘਬਰਾਹਟ ਘੱਟ ਵੀ ਜਾਂਦੀ ਹੈ ਔਰ ਤੁਹਾਨੂੰ ਇੱਕ ਗੋਲ ਮਿਲ ਜਾਂਦਾ ਹੈ। ਐਂਡ ਜਦੋਂ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ 1 ਘੰਟਾ ਕੋਈ ਡਾਕਟਰ ਨਹੀਂ ਮਿਲ ਸਕਦਾ, ਗੁਰੂ ਜੀ ਦੀ ਮਿਹਰ ਐਸੀ ਹੋਈ ਕਿ ਵਿਦਿਨ ਨੈਕਸਟ 3 ਮਿੰਟਸ ਇੱਕ ਡਾਕਟਰ ਤੇ ਨਰਸ ਮੇਰੇ ਸਾਹਮਣੇ ਖੜੇ ਸੀ। ਇਸ ਤਰ੍ਹਾਂ ਉਹਨਾਂ ਨੇ ਕੋਟ ਪਾਇਆ, ਥੋੜਾ ਪਹਾੜੀ ਇਲਾਕਾ, ਇਸ ਜੇਬ 'ਚੋਂ ਉਹਨੇ ਮੈਨੂੰ ਸੋਰਬੇਟੇਟ ਕੱਢ ਕੇ ਦਿੱਤੀ, ਇਹਦੇ 'ਚੋਂ ਇੱਕੋ ਸਪਰਿਨ ਕੱਢ ਕੇ ਦਿੱਤੀ। These are the basic medicines for any heart patient. And if they are given within half an hour of attack, then you don't muscle your heart, then you don't damage your heart muscles. ਉਸ ਤੋਂ ਬਾਅਦ ਮੈਨੂੰ ਕੋਚੀਨ ਲੈ ਕੇ ਗਏ ਕਿਉਂਕਿ ਕੋਈ ਇਲਾਜ ਉੱਥੇ ਹੋ ਨਹੀਂ ਸਕਦਾ ਸੀ। ਕੋਚੀ ਪਹੁੰਚੇ। ਉੱਥੇ ਜਦੋਂ ਮੇਰੇ ਟੈਸਟ ਚੱਲ ਰਹੇ ਸੀ, ਉੱਥੋਂ ਦਾ ਜਿਹੜਾ ਡਾਕਟਰ ਸੀ ਉਹ ਮਾਂ ਅੰਮ੍ਰਿਤਾਨੰਦਮਈ ਮਾਂ ਦਾ ਭਗਤ, ਸੁਣੀ ਹੋਣੀ ਹੈ, ਹਗਿੰਗ ਅੰਮਾ, very famous ਮਾਂ ਅੰਮ੍ਰਿਤਾਨੰਦਮਈ ਮਾਂ। she is also the presiding deity in Kerala. ਜਦੋਂ ਉਹਨਾਂ ਦੇ ਭਗਤ ਸੀ ਮੈਨੂੰ ਕਹਿੰਦੇ ਜੀ ਨਾਰੰਗ ਸਾਹਿਬ, ਕੋਰਸ ਮੈਂ ਅੰਕਲ ਕਹਿਣ ਲੱਗਾ ਸੀ, ਕਹਿੰਦੇ ਨਾਰੰਗ ਸਾਹਿਬ ਮੈਂ ਅੱਜ ਮਾਤਾ ਦੇ ਜਾਣਾ ਹੈ, ਅੰਮਾ ਕੋਲ ਜਾਣਾ ਹੈ। she right says ਮੈਂ ਹਰ ਮਹੀਨੇ ਫੈਮਿਲੀ ਲੈ ਕੇ ਜਾਣਾ ਜੇ ਤੁਹਾਡੀ ਇਜਾਜ਼ਤ ਹੋਵੇ। ਤੇ ਮੈਂ ਕਿਹਾ ਜੀ ਮੇਰੇ ਕੋਲ ਕਿਉਂ ਇਜਾਜ਼ਤ ਪੁੱਛ ਰਹੇ ਹੋ, ਕੋਈ ਪੇਸ਼ੈਂਟ ਨੂੰ ਥੋੜਾ ਪੁੱਛਦਾ। ਯੂ ਜਸਟ ਆਨਰਿੰਗ ਮੀ ਕਿ ਚਲੋ 2-4 ਬੰਦਿਆਂ ਨੇ ਫੋਨ ਕੀਤਾ ਹੋਣਾ। ਬਟ ਫੈਕਟ ਇਜ਼ ਕਿ ਮੈਂ ਗੁਰੂ ਭਗਤ ਹਾਂ। ਜਿੰਨਾ ਮੈਨੂੰ ਫੇਥ ਹੈ, ਜੇ ਤੁਸੀਂ ਅੰਮਾ ਭਗਤ ਹੋ ਤੁਹਾਨੂੰ ਉਨਾ ਹੀ ਫੇਥ ਹੈ, ਤਾਂ ਮੇਰੀ ਪ੍ਰਾਊਡ ਆਫ ਦਿਸ ਫੈਕਟ ਰਿਲੇਸ਼ਨਸ਼ਿਪ। ਔਰ ਮੈਂ ਕਿਹਾ ਮੈਂ ICU 'ਚ ਹੈਗਾ, ਇੱਥੇ ਸਾਰੇ ਹੋਰ ਕਾਰਡੀਓਲੋਜਿਸਟ ਬੈਠੇ ਨੇ, ਇੱਕ ਹੈਡ ਆਫ ਦੀ ਡਿਪਾਰਟਮੈਂਟ ਨਹੀਂ ਹੋਏਗਾ ਤਾਂ ਹਾਊ ਇਜ਼ ਗੋਇੰਗ ਟੂ ਮੈਟਰ। ਉਹ ਕਹਿ ਕੇ ਚਲੇ ਗਏ। ਮੇਰੀ ਇਨਵੈਸਟੀਗੇਸ਼ਨ ਹੋ ਰਹੀਆਂ ਸੀ, ਉਹ ਅੰਮਾ ਕੋਲ ਨਹੀਂ ਪਹੁੰਚੇ। 4 ਘੰਟੇ ਦਾ ਰਸਤਾ ਸੀ ਜਾਣ ਦਾ, 4 ਦਾ ਆਉਣ ਦਾ, 2 ਘੰਟੇ ਉੱਥੇ ਲੱਗਦੇ। ਉਹਨਾਂ ਨੇ ਮੈਨੂੰ ਕਿਹਾ ਸੀ ਮੈਂ 10 ਘੰਟੇ ਬਾਅਦ ਵਾਪਸ ਆਵਾਂਗਾ। ਉਹ 6 ਘੰਟਿਆਂ ਬਾਅਦ ਵਾਪਸ ਆ ਗਏ, 7 ਘੰਟਿਆਂ ਬਾਅਦ। ਮੈਂ ਕਿਹਾ ਡਾਕਟਰ ਸਾਹਿਬ ਬੜੀ ਜਲਦੀ ਆ ਗਏ। ਕਹਿੰਦੇ ਅੱਜ ਇੱਕ ਬਹੁਤ ਵੱਡੀ ਗੱਲ ਹੋ ਗਈ, ਮਿਰੇਕਲ ਹੋ ਗਿਆ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਮੈਂ ਹਾਲੀ ਅੰਮਾ ਕੋਲ ਪਹੁੰਚਿਆ ਨਹੀਂ ਸੀ, ਆਈ ਵਾਜ਼ ਸਟਿਲ ਹਾਫ ਐਨ ਆਵਰ ਅਵੇ। ਐਂਡ ਅੰਮਾ ਨੇ ਮੈਨੂੰ ਇੰਨੀ ਉੱਚੀ ਕੰਨ 'ਚ ਆਵਾਜ਼ ਦਿੱਤੀ, ਯੂ ਗੋ ਬੈਕ, ਯੋਰ ਪੇਸ਼ੈਂਟ ਨੀਡਸ ਯੂ। ਕਹਿੰਦਾ ਮੈਂ ਸਮਝ ਨਹੀਂ ਪਾਇਆ। ਮੇਰੀ ਵਾਈਫ ਨੂੰ ਮੈਂ ਕਿਹਾ ਕੁਝ ਸੁਣਿਆ? ਵਾਈਫ ਕਹਿੰਦੀ ਤੇ ਅੰਮਾ ਦੀ ਆਵਾਜ਼ ਸੀ, ਕਹਿ ਰਹੀ ਸੀ ਜਾਓ ਵਾਪਸ ਜਾਓ, ਕੋਈ ਪੇਸ਼ੈਂਟ ਲੋੜ ਹੈ ਤੁਹਾਡੀ। ਦੈਨ ਸ਼ੀ ਆਸਕਡ ਕੌਣ ਪੇਸ਼ੈਂਟ ਹੈ, ਬਿਕੋਜ਼ ਨੈਚੁਰਲੀ ਯੂ ਡੋਂਟ ਡਿਸਕਸ ਥੀਸ ਰਿਲੇਸ਼ਨਸ਼ਿਪ ਐਟ ਹੋਮ। ਰੋਜ਼ ਹੀ ਪੇਸ਼ੈਂਟ ਆਉਂਦੇ ਰਹਿੰਦੇ ਨੇ ਹਜ਼ਾਰਾਂ। ਦੈਨ ਵੈਨ ਸ਼ੀ ਸੈਡ ਕਿ ਇਸ ਤਰ੍ਹਾਂ ਪੇਸ਼ੈਂਟ ਦਿੱਲੀ ਤੋਂ ਆਇਆ, ਕੱਲ ਐਡਮਿਟ ਹੋਇਆ। ਹੀ ਸੈਡ ਅੰਮਾ ਨੇ ਕਿਹਾ ਤਾਂ ਵੀ ਸ਼ੁਡ ਗੋ ਬੈਕ। ਬਿਲਕੁਲ ਦੇ ਵਰ ਰੀਚਿੰਗ ਨੀਅਰ ਅੰਮਾ's ਮੰਦਰ ਬਟ ਦੇ ਕੇਮ ਬੈਕ ਐਂਡ ਬਾਈ ਦ ਟਾਈਮ ਇਟ ਵਾਜ਼ ਡਾਇਗਨੋਸਡ। ਦੇ ਡਿਡ ਮਾਈ ਐਂਜੀਓਗ੍ਰਾਫੀ। ਦੇ couldn't decide एंजियोप्लास्टी करनी है या स्टेंट डालने ने या
bypass karna hai. Debate was going on. My wife and son were outside discussing with various doctors wherever I've been posted. We knew some doctors. And 40 minutes I was still on the table without an indication hona ki hai. And suddenly Guruji comes and tells my ear, stent pwa de kar ja. That was my guru. I called them, मैं कहा decision हो गया, you don't have to ask anyone. और ਜਦੋਂ ਇੱਥੇ ਆਇਆ, ਮੈਂ ਕੱਟ ਸ਼ਾਟ ਕਰ ਰਿਹਾ, ਬੜਾ ਲੰਬਾ ਸਤਸੰਗ, ਜਦੋਂ ਇੱਥੇ ਆਇਆ ਮੱਥਾ ਟੇਕਣ ਮੰਦਿਰ ਚ ਜਾਣਾ ਹੀ ਸੀ। ਸਭ ਤੋਂ ਪਹਿਲੀ ਗੱਲ ਜਦੋਂ ਮੈਂ ਪਹੁੰਚਿਆ ਉੱਥੇ ਸਮਾਧੀ ਤੱਕ ਜਿਹੜੀ ਜੋਤ ਜਲ ਰਹੀ ਹੈ, ਉਹਦੇ ਵਿੱਚ ਮੈਂ ਮੱਥਾ ਟੇਕ ਕੇ ਕਹਿ ਰਿਹਾ, ਗੁਰੂ ਜੀ ਅੱਜ ਪਹਿਲੀ ਵਾਰੀ ਮੈਨੂੰ ਮਾਫ ਕਰ ਦਿਓ, ਮੈਂ ਝੁੱਕ ਕੇ ਮੱਥਾ ਨਹੀਂ ਟੇਕ ਸਕਦਾ, ਸਟੈਂਡ ਨਵੇਂ ਪਏ ਸੀ, ਆਈ ਵਾਜ਼ ਨਾਟ ਸਪੋਜ਼ ਟੂ ਬੈਂਡ। ਮੈਂ ਕਿਹਾ ਗੁਰੂ ਜੀ ਅੱਜ ਮੈਂ ਝੁਕਣਾ ਮੁਸ਼ਕਲ ਹੈ ਤੇ ਇਸ ਕਰਕੇ ਮੈਨੂੰ ਮਾਫ ਕਰ ਦਿਓ। ਐਂਡ ਸਾਕਸ਼ਾਤ ਅੱਖਾਂ ਖੋਲੀਆਂ ਜਦੋਂ ਅਰਦਾਸ ਤੋਂ ਬਾਅਦ ਜੋਤ ਚ ਗੁਰੂ ਜੀ ਨੇ ਦਰਸ਼ਨ ਦਿੱਤੇ, ਵਿੱਚ ਵਾਸ ਕਾਟ ਇਨ ਕੈਮਰਾ ਬਾਈ ਮੈਨੀ ਸੰਗਤ on that day. And this is my guru. This doesn't happen to Narang uncle or many auntie or uncle. It happens to each of us, provided we connect with Guru. और गुरु जी कहते हैं मेरा कनेक्शन करना है, only two fundamental principles, direct connection. मुझे पहले क्या है, we are not propagating our guru, we are only giving you a platform to know about our guru. Direct connection, total surrender. ਤੁਹਾਡੇ ਦਿਨ ਦੇ ਜਿਹੜੇ ਵੀ ਕੰਮ ਹੁੰਦੇ ਨੇ ਉਹਦਾ ਵੀ ਸ਼ੁਕਰੀਆ, ਨਹੀਂ ਹੁੰਦੇ ਉਹਦਾ ਵੀ ਸ਼ੁਕਰੀਆ। ਜੋ ਕਰ ਰਿਹਾ ਮੇਰਾ ਗੁਰੂ ਕਰ ਰਿਹਾ, ਉਹਦੇ ਭੱਲੇ ਚਲੋ, ਉਹਦਾ ਭਲਾ ਮਾਨੋ, ਆਨੰਦ ਹੀ ਆਨੰਦ ਹੈ। ਔਰ ਗੁਰੂ ਜੀ ਲਾਸਟਲੀ ਮੈਂ ਕਹਿੰਦੇ ਹੁੰਦੇ ਸੀ, ਨਵੀਂ ਸੰਗਤ ਨੂੰ ਖਾਸ ਕਰਕੇ ਆਇਓ ਤੇ ਆਂਦੇ ਰਿਹਾ ਕਰੋ। The whole purpose is ਕਿ ਅਗਰ ਆਇਓ ਤੇ ਬਲੈਸਿੰਗ ਲੈਣੀ ਹੈ ਤੇ ਇਟ ਇਜ਼ ਅ ਕੰਟੀਨਿਊਏਸ਼ਨ, ਦ ਪ੍ਰੋਸੈਸ ਇਜ਼ ਇਨ ਕੰਟੀਨਿਊਟੀ, ਇਟ ਇਜ਼ ਨਾਟ ਵਨਸ। ਔਰ ਅਸੀਂ ਸਾਰਿਆਂ ਨੇ ਇੰਨੀ ਐਸ਼ ਕੀਤੀ ਹੈ, ਇੰਨੀਆਂ ਬਲੈਸਿੰਗ ਲਈਆਂ, ਇੰਨੀ ਕਿਰਪਾ ਹੋਈ ਹੈ। And we will be selfish if we keep to ourselves, ਜੋ ਸਾਡਾ ਤਾਂ ਕਲਿਆਣ ਹੋ ਗਿਆ, ਬਾਕੀ ਦੁਨੀਆ ਖਸਵਨ ਖਾਏ। We call you people here only for this satsang is made, satsangs are given so that ਜੇ ਸਾਡਾ ਫਾਇਦਾ ਹੋਏ, ਅਸੀਂ ਬਲੈਸਿੰਗ ਲਈਏ, ਕਿਰਪਾ ਲਈਏ, ਤੁਸੀਂ ਵਾਂਝੇ ਨਾ ਜਾਓ, ਤੁਸੀਂ ਵੀ ਬਲੈਸਿੰਗ ਲਓ, ਤੁਸੀਂ ਵੀ ਕਿਰਪਾ ਲਓ, ਤੁਸੀਂ ਵੀ ਗੁਰੂ ਨਾਲ ਜੁੜੋ। That's all I have to say. ਜੈ ਗੁਰੂ ਜੀ।